सत श्री अकाल जी। मैं तुहाडा अपना गुरमिलाप सिंह डल्ला, मैनेजिंग डायरैक्टर मैक्रो ग्लोबल मोगा ग्रुप ऑफ इंस्टीट्यूट्स एंड इमीग्रेशन सर्विसेज। फेसबुक के माध्यम राही जुड़े सारे ही ਸਰੋਤਿਆਂ का मेरे वालों मेरी पूरी टीम वालों बहुत बहुत स्वागत है जी। जो मैं इस वक्त का लाइव सैशन रखा है वो किसी पर्टिकुलर केस वास्ते या पर्टिकुलर किसी कैटागरी वास्ते स्टूडेंट वीज़ा या कोई इमीग्रेशन नाल संबंधित इन्फॉर्मेशन देने वास्ते नहीं रखा। ये सिर्फ तो सिर्फ एक इनू असीं सोशल कॉज भी कह सकते हैं या ये एक उन्हां मेरे सारे वीरां वास्ते आ जिहड़े मेरे वीर मेरे ही फील्ड दे विच काम कर रहे हैं। जिवें कि पंजाब गौरमेंट ने कबूतरबाजी नूं एंड साडे इमीग्रेशन सैक्टर दे विच हो रहे गलत कंमां नूं नत्थ पाउण दे लई एक 2014 ਦੇ ਵਿੱਚ 2014 ਦੇ ਵਿੱਚ ਇੱਕ ਲਾਅ ਬਣਾਇਆ ਸੀ ਕਿ ਲਾਇਸੈਂਸ ਲੈਣਾ ਜ਼ਰੂਰੀ ਹੋਊਗਾ ਜੇ ਕਿਸੇ ਨੇ ਇਮੀਗ੍ਰੇਸ਼ਨ ਦਾ ਆਇਲਸ ਦਾ 에ਅਰ ਟਿਕਟਿੰਗ ਦਾ ਕੰਮ ਕਰਨਾ ਆ, ਤਾਂ ਜੋ ਕੰਪਨੀ ਦੇ ਮਾਲਕ ਦੀ ਕੰਪਨੀ ਦੇ ਵਿੱਚ ਆਥੋਰਾਈਜ਼ਡ ਜੋ ਇਨਸਾਨ ਆ पर्टिकुलर जो ਉਹਦਾ ਮਾਲਕ ਕਹਿ ਲਓ ਪੰਜਾਬੀ ਦੇ ਵਿੱਚ, ਜਾਂ ਜੋ ਮੈਨੇਜਿੰਗ ਡਾਇਰੈਕਟਰ ਆ ਜਾਂ ਜੋ ਮੇਨ ਬੰਦਾ ਜੋ ਉਸ ਕੰਪਨੀ ਨੂੰ ਰਨ ਕਰ ਰਿਹਾ ਉਹਨੂੰ ਉਹਦਾ ਕੀ ਕਹਿ ਸਕਦੇ ਆਪਾਂ ਉਹਦੀ पर्टिकुलर ਇਨਫੋਰਮੇਸ਼ਨ ਗੌਰਮੈਂਟ ਕੋਲੇ ਹੋਵੇ ਤੇ ਉਹਦੇ ਸਾਰੇ ਡਾਕੂਮੈਂਟੇਸ਼ਨ ਉਹਦੇ ਸਾਰੇ ਡਾਕੂਮੈਂਟਸ ਨਾਲ ਲੱਗਦੇ ਸੀ ਉਹ ਲਾਇਸੈਂਸ ਲੈਣ ਦੇ ਲਈ। ਇੱਕ पर्टिकुलर ਗੌਰਮੈਂਟ ਨੇ ਇੱਕ ਕ੍ਰਾਈਟੀਰੀਆ ਬਣਾਇਆ ਸੀ ਕਿ ਆਹ ਚੀਜ਼ਾਂ ਸਾਨੂੰ ਲੋੜੀਂਦੀਆਂ ਨੇ ਐਂਡ ਇਹ ਇੱਕ ਬੜਾ ਹੀ ਸ਼ਲਾਘਾਯੋਗ ਕਦਮ ਆ ਗੌਰਮੈਂਟ ਦਾ, ਜੋ ਸਾਡੀ ਕਿੱਤੇ ਦੇ ਵਿੱਚ ਜੋ ਇਸ ਫੀਲਡ ਦੇ ਵਿੱਚ ਜੋ ਗੰਧਲਾਪਨ ਆ ਚੁੱਕਿਆ ਸੀ, ਜੋ ਯੂਥ ਦਾ ਮਾਲੀ ਜਾਨੀ ਨੁਕਸਾਨ ਹੋ ਰਿਹਾ ਸੀ, ਉਹਨੂੰ ਰੋਕਣ ਦੇ ਲਈ ਇੱਕ ਚੰਗਾ ਉਪਰਾਲਾ। ਪਰ ਇਹ ਕਿਤੇ ਨਾ ਕਿਤੇ ਜਾ ਕੇ ਜਦੋਂ ਕੋਈ ਗੌਰਮੈਂਟ ਚੇਂਜਸ ਲੈ ਕੇ ਆਉਂਦੀ ਹੈ ਜਾਂ ਕਿਸੇ ਰੂਲ ਨੂੰ ਇੰਪਲੀਮੈਂਟ ਕੀਤਾ ਜਾਂਦਾ ਤਾਂ ਉਹਦੇ ਵਿੱਚ ਉਸ ਰੂਲ ਨੂੰ ਇੰਪਲੀਮੈਂਟ ਕਰਨ ਦੇ ਲਈ ਜਦੋਂ ਗੌਰਮੈਂਟ ਪੁਲਿਸ ਪ੍ਰਸ਼ਾਸਨ ਨੂੰ ਕਹਿੰਦੀ ਆ ਕਿ ਉਹਨੂੰ ਨੱਥ ਪਾਈ ਜਾਵੇ ਤਾਂ ਅਨਟ੍ਰੇਨਡ ਕਈ ਵਾਰੀ ਬਿਨਾਂ ਟ੍ਰੇਨਿੰਗ ਤੋਂ ਹੀ ਇਹ ਕਹਿ ਦਿੱਤਾ ਜਾਂਦਾ ਹੈ ਕਿ ਆਹ ਚੀਜ਼ਾਂ ਕਰਕੇ ਆਓ, ਜਾਂ ਜਿਨ੍ਹਾਂ ਲੋਕਾਂ ਕੋਲ ਲਾਇਸੈਂਸ ਹੈ ਨਹੀਂ ਗਾ ਉਹਨਾਂ ਲੋਕਾਂ ਦੇ ਆਫਿਸ ਨੂੰ ਬੰਦ ਕੀਤਾ ਜਾਵੇ, ਜਾਂ ਉਹਨਾਂ ਲੋਕਾਂ ਦੇ ਆਫਿਸ ਨੂੰ ਉਨਾ ਟਾਈਮ ਲਈ ਬੰਦ ਕੀਤਾ ਜਾਵੇ ਜਿੰਨਾ ਟਾਈਮ ਉਹ ਲਾਇਸੈਂਸ ਹੋਲਡਰ ਨਹੀਂ ਹੁੰਦੇ। ਸੋ ਪਿੱਛੇ ਜੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਬਿਆਨ ਆਇਆ ਸੀ 3-4 ਦਿਨ ਪਹਿਲਾਂ ਕਿ ਦੁਬਾਰਾ ਫਿਰ ਇਹਨੂੰ ਜੰਗੀ ਪੱਧਰ 'ਤੇ ਚਲਾਇਆ ਜਾਵੇ, ਜਿਹੜੇ ਇਸ ਮੁਹਿੰਮ ਨੂੰ ਜੰਗੀ ਪੱਧਰ 'ਤੇ ਚਲਾਇਆ ਜਾਵੇ ਕਿ ਜਿਹੜੇ ਮੇਰੇ ਵੀਰ ਇਸ ਫੀਲਡ 'ਚ ਕੰਮ ਕਰਨ ਵਾਲੇ ਆ ਜੇ ਉਹ ਬਿਨਾਂ ਲਾਇਸੈਂਸ ਤੋਂ ਕੰਮ ਕਰ ਰਹੇ ਆ ਤਾਂ ਉਹਨਾਂ ਦੇ ਆਫਿਸ ਉਹਨਾਂ ਟਾਈਮ ਲਈ ਸ਼ਟ ਡਾਊਨ ਕਰ ਦਿੱਤੇ ਜਾਣ। ਸੋ ਉਸ ਮੁਹਿੰਮ ਦੇ ਤਹਿਤ ਰੈਗੂਲਰ ਰੂਟੀਨ ਦੇ ਵਿੱਚ ਪੁਲਿਸ ਮੁਲਾਜ਼ਮ ਆਫਿਸਿਸ ਸਾਡੇ ਵੀ ਅੱਡ ਆਫਿਸ ਵਿਜ਼ਿਟ ਕਰ ਰਹੇ ਆ, ਸਾਡੇ ਤੋਂ ਸਾਡੀ ਇਨਫੋਰਮੇਸ਼ਨ ਮੰਗ ਰਹੇ ਆ ਅਤੇ ਅਸੀਂ ਮੋਰ ਦੈਨ ਹੈਪੀ ਆ ਉਹਨਾਂ ਨੂੰ ਕੋਆਪਰੇਟ ਕਰਨ ਦੇ ਲਈ। ਅਸੀਂ ਚਾਹੁੰਦੇ ਹਾਂ ਕਿ ਉਹ ਸਾਡੇ ਤੋਂ ਇਨਫੋਰਮੇਸ਼ਨ ਲੈਣ ਆ ਕੇ, ਤਾਂ ਜੋ ਸਾਡੇ ਇਸ ਬਿਜ਼ਨਸ ਨੂੰ ਇਸ ਸਿਸਟਮ ਨੂੰ ਸਹੀ ਲੀਹ 'ਤੇ ਲਿਆਂਦਾ ਜਾ ਸਕੇ। ਪਰ ਕਿਤੇ ਨਾ ਕਿਤੇ ਪ੍ਰੋਬਲਮ ਸਿਰਫ ਇੱਕ ਆ ਰਹੀ ਹੈ, ਜੋ ਮੇਨ ਪ੍ਰੋਬਲਮ ਰੈਗੂਲਰ ਰੂਟੀਨ ਦੇ ਵਿੱਚ ਸਾਡੇ ਜੋ ਗਰੁੱਪਸ ਬਣੇ ਉਹਨਾਂ ਵਿੱਚ ਜੋ ਫੇਸ ਕਰਨ ਨੂੰ ਮਿਲ ਰਹੀ ਹੈ। ਅੱਜ ਸਵੇਰੇ ਇੱਕ ਮੇਰੇ ਵੀਰ ਦਾ ਫੋਨ ਵੀ ਆਇਆ, ਉਹਨਾਂ ਨਾਲ ਸੰਬੰਧਿਤ ਇਹ ਮੈਂ ਗੱਲ ਤੁਹਾਨੂੰ ਸਾਰਿਆਂ ਨੂੰ ਦੱਸਣ ਜਾ ਰਿਹਾ ਕਿ ਕਿਹਾ ਜਾ ਰਿਹਾ ਕਿ ਜਿਵੇਂ ਹੁਣ ਮੰਨ ਲਓ ਮੈਕਰੋ ਗਲੋਬਲ ਮੋਗਾ ਨੂੰ ਬਿਲੋਂਗ ਕਰਨ ਵਾਲੀ ਫਰਮ ਆ ਐਂਡ ਮੈਂ ਜੋ ਲਾਇਸੈਂਸ ਲਏ ਨੇ ਉਹ ਮੋਗਾ ਦੇ ਮਾਨਯੋਗ DC ਸਾਹਿਬ ਵੱਲੋਂ ਮੈਨੂੰ ਇਸ਼ੂ ਕੀਤੇ ਗਏ ਨੇ। 4 ਲਾਇਸੈਂਸ ਨੇ ਮੇਰੇ ਕੋਲੇ ਸਟੂਡੈਂਟ ਵੀਜ਼ਾ ਨਾਲ ਸੰਬੰਧਿਤ, 에ਅਰ ਟਿਕਟਿੰਗ ਨਾਲ ਸੰਬੰਧਿਤ, ਆਇਲਸ ਨਾਲ ਸੰਬੰਧਿਤ ਐਂਡ ਉਹ ਜਿਹੜੇ ਮੇਰੇ ਲਾਇਸੈਂਸ ਦਾ ਐਡਰੈਸ ਆ ਅਤੇ ਉਹ ਲਾਇਸੈਂਸ ਦਾ ਜਿਹੜਾ ਇਸ਼ੂ ਜਿਹੜੀ पर्टिकुलर ਅਥਾਰਟੀ ਆ ਉਹ ਮੋਗੇ ਨਾਲ ਸੰਬੰਧਿਤ ਆ ਐਂਡ ਉਹੀ। ਪਰ ਜਦੋਂ ਉਹ ਖੰਨੇ ਮੇਰੇ ਵੀਰ ਜਦੋਂ ਚੈੱਕ ਕਰਨ ਲਈ ਆਉਂਦੇ ਨੇ ਤਾਂ ਮੇਰੇ ਪੁਲਿਸ ਮੁਲਾਜ਼ਮ ਜਾਂ ਉੱਥੋਂ ਦੀ ਜਿਹੜੇ ਜੋ ਸੰਬੰਧਿਤ ਲੋਕ ਨੇ ਤਾਂ ਉਹ ਆ ਕੇ ਕਹਿੰਦੇ ਨੇ ਕਿ ਖੰਨੇ ਦਾ ਲਾਇਸੈਂਸ ਵੀ ਦਿਖਾਓ ਜਾਂ ਖੰਨੇ ਦਾ ਵੀ ਲਾਇਸੈਂਸ ਲਓ। ਉਹ ਕਿਤੇ ਨਾ ਕਿਤੇ ਪ੍ਰੋਬਲਮ ਸਿਰਫ ਇਹੀ ਆ ਕਿ ਆਪਾਂ ਨੂੰ ਇਨਫੋਰਮੇਸ਼ਨ ਦੀ ਲੈਕ ਆਫ ਇਨਫੋਰਮੇਸ਼ਨ ਆ। ਮੈਂ ਉਹਨਾਂ ਵੀਰਾਂ ਨੂੰ ਵੀ ਕਹਿਣਾ ਚਾਹੁੰਦਾ, ਜੇ ਗੌਰਮੈਂਟ ਦੇ ਜਿਹੜੇ ਆਥੋਰਾਈਜ਼ਡ ਪਰਸਨ ਨੇ ਉਹਨਾਂ ਤੱਕ ਵੀ ਜੇ ਇਹ ਆਵਾਜ਼ ਪਹੁੰਚਦੀ ਆ ਜਾਂ ਜਿਹੜੇ ਮੇਰੇ ਵੀਰ ਸੁਣ ਰਹੇ ਨੇ ਜਿਨ੍ਹਾਂ ਨੂੰ ਇਹ ਪ੍ਰੋਬਲਮ ਆ ਰਹੀ ਹੈ, ਪਲੀਜ਼ ਤੁਸੀਂ ਜੇ ਆਪਾਂ ਗੌਰਮੈਂਟ ਵੱਲੋਂ ਜੋ ਉਹ ਲਾਅ ਬਣਾਇਆ ਗਿਆ ਸੀ ਉਹਦੇ ਉੱਤੇ ਚੌਥੇ ਪੇਜ ਦੇ ਉੱਤੇ ਜੇ ਤੁਸੀਂ 5ਵਾਂ ਪੁਆਇੰਟ ਪੜ੍ਹਦੇ ਹੋ ਤਾਂ ਉਹਦੇ ਵਿੱਚ ਸਪੈਸ਼ਲ ਮੈਂਸ਼ਨ ਕੀਤਾ ਗਿਆ ਇਫ ਪਰਸਨ ਹੂ ਹੈਜ਼ ਓਬਟੇਨਡ ਅ ਲਾਇਸੈਂਸ ਅੰਡਰ ਦ ਐਕਟ ਫॉर ਡੂਇੰਗ ਦ ਪ੍ਰੋਫੈਸ਼ਨ ਆਫ ਅ travel agent at one place in a district subsequently opens other branches or office at the place in other district he shall not be required to obtain a fresh license। मतलब कि जे तुहाडे कोले एक डिस्ट्रिक्ट दे विच लाइसेंस हैगा आ तां
ਕਿਸੇ ਹੋਰ ਡਿਸਟ੍ਰਿਕਟ ਦੇ ਵਿੱਚ ਤੁਸੀਂ ਆਫਿਸ ਖੋਲ ਰਹੇ ਹੋ ਤਾਂ ਨਵਾਂ ਲਾਇਸੈਂਸ ਲੈਣ ਦੀ ਲੋੜ ਨਹੀਂ ਹੋਊਗੀ। ਤੁਸੀਂ ਉਸੇ ਲਾਇਸੈਂਸ ਦੇ ਉੱਤੇ ਹੀ ਅਲੱਗ-ਅਲੱਗ ਜਗ੍ਹਾ ਦੇ ਉੱਤੇ ਆਪਦੇ ਆਫਿਸ ਖੋਲ ਸਕਦੇ ਆ। ਪਰ ਤੁਹਾਨੂੰ ਕੀ ਕਰਨਾ ਹੋਊਗਾ, ਉੱਥੋਂ ਦੇ ਡੀਸੀ ਸਾਹਿਬਾਨ ਨੂੰ, ਐਸਡੀਐਮ ਸਾਹਿਬਾਨ ਨੂੰ ਤੇ ਤੁਹਾਡੇ ਜਿਹੜਾ ਸੰਬੰਧਿਤ ਥਾਣਾ ਪੈਂਦਾ ਉਹਨਾਂ ਨੂੰ, ਜਿਹੜੇ ਉੱਥੋਂ ਦੇ ਐਸਐਚਓ ਸਾਹਿਬ ਆ ਉਹਨਾਂ ਨੂੰ ਤੁਸੀਂ ਜਾ ਕੇ ਦੱਸਣਾ ਹੋਊਗਾ ਕਿ ਮੈਂ ਇਸ ਜਗ੍ਹਾ ਦੇ ਉੱਤੇ ਆਫਿਸ ਖੋਲ ਰਿਹਾ, ਤੇ ਤੁਸੀਂ ਉਸ ਲਾਇਸੈਂਸ ਦੀ ਕਾਪੀ, ਆਪਦੇ ਆਧਾਰ ਕਾਰਡ ਦੀ ਕਾਪੀ ਤੇ ਜਿਹੜੇ ਜਿਹੜੇ ਡਾਕੂਮੈਂਟ ਰਿਕੁਆਇਰਡ ਹੋਣਗੇ ਉਹਨਾਂ ਦੀ ਇੱਕ ਫਾਈਲ ਬਣਾ ਕੇ ਤੁਸੀਂ ਉੱਥੇ ਸਬਮਿਟ ਕਰਨੀ ਹੋਊਗੀ। ਕੋਈ ਲੋੜ ਨਹੀਂ ਹੁੰਦੀ ਕਿ ਗੌਰਮੈਂਟ ਦੇ ਨੋਰਮਸ ਦੇ ਅਕੋਰਡਿੰਗ ਕੋਈ ਲੋੜ ਨਹੀਂ ਹੈ ਫਰੈਸ਼ ਲਾਇਸੈਂਸ ਲੈਣ ਦੀ। ਇਹ ਇਨਫੋਰਮੇਸ਼ਨ ਤੁਹਾਡੇ ਲਈ ਵੀ ਆ, ਅਤੇ ਉਹਨਾਂ ਮੇਰੇ ਵੀਰ ਜਿਹੜੇ ਗੌਰਮੈਂਟ ਦੇ ਨੁਮਾਇੰਦੇ ਨੇ ਜਿਹੜੇ ਸਾਨੂੰ ਚੈੱਕ ਕਰ ਰਹੇ ਨੇ, ਅਸੀਂ ਉਹਨਾਂ ਨੂੰ ਵਿਦ ਆਲ ਡਿਊ ਰਿਸਪੈਕਟ ਇਹ ਕਹਿਣਾ ਚਾਹੁੰਦੇ ਹਾਂ ਕਿ ਇੱਕੋ ਲਾਇਸੈਂਸ ਦੇ ਉੱਤੇ ਹੀ ਪੰਜਾਬ ਦੇ ਵਿੱਚ ਤੁਸੀਂ ਕਿਤੇ ਵੀ ਆਫਿਸ ਖੋਲ੍ਹ ਸਕਦੇ ਆ। ਜੇ ਹੁਣ ਮੰਨ ਲਓ ਮੇਰੇ ਕੋਲ 15 ਆਫਿਸ ਚੱਲ ਰਹੇ ਨੇ, ਜੇ ਮੇਰੇ ਕੋਲ 15 ਲਾਇਸੈਂਸ ਹੋਣਗੇ ਤਾਂ ਫਿਰ ਤਾਂ ਮੈਂ ਟਰੇਸ ਹੀ ਨਹੀਂ ਹੋ ਸਕਦਾ। ਜੇ ਇੱਕ ਫਰਮ ਕੋਲੇ 15 ਤਰ੍ਹਾਂ ਦੀਆਂ ਰਜਿਸਟ੍ਰੇਸ਼ਨਸ ਨੇ, ਉਹ ਤਾਂ ਕਿਸੇ ਵੀ ਤਰੀਕੇ ਨਾਲ ਲੀਗਲ ਨਹੀਂ ਰਹੂਗਾ। ਇੱਕ ਫਰਮ ਕੋਲੇ ਇੱਕ ਹੀ ਲਾਇਸੈਂਸ ਹੋ ਸਕਦਾ ਆ, ਫੇਰ ਹੀ ਉਹ ਫਰਮ ਟਰੇਸ ਹੋ ਸਕਦੀ ਆ। ਨਹੀਂ ਤਾਂ ਜੇ ਹੁਣ ਇੱਕ ਫਰਮ ਕੋਲੇ 15 ਤਰ੍ਹਾਂ ਦੇ 15 ਲਾਇਸੈਂਸ ਨੇ ਅਲੱਗ-ਅਲੱਗ ਐਡਰੈਸ ਦੇ ਉੱਤੇ, ਪਹਿਲੀ ਗੱਲ ਤਾਂ ਇਹ ਚੀਜ਼ ਹੀ ਇਲੀਗਲ ਬਣ ਗਈ। ਇਸ ਲਈ ਉਹਨਾਂ ਨੇ ਪਰਟੀਕੂਲਰ ਇਹ ਚੀਜ਼ ਮੈਂਸ਼ਨ ਕੀਤੀ ਹੋਈ ਆ ਕਿ ਜੇ ਤੁਸੀਂ ਲਾਇਸੈਂਸ ਲਿਆ ਆ, ਜੇ ਤੁਸੀਂ ਪੰਜਾਬ ਗੌਰਮੈਂਟ ਤੋਂ ਇੱਕ ਡਿਸਟੈਂਸ ਲੈ ਲਿਆ, ਸੌਰੀ ਡਿਸਕਨੈਕਟ ਹੋ ਗਿਆ ਸੀ ਫੋਨ, ਉਹ ਜੇ ਤੁਸੀਂ ਉਹ ਲਾਇਸੈਂਸ ਲੈ ਲਿਆ ਤੇ ਉਹਦੀ ਜਿਹੜੀ ਤੁਹਾਡੇ ਡੀਸੀ ਸਾਹਿਬ ਨੇ ਤੁਹਾਨੂੰ ਲਾਇਸੈਂਸ ਇਸ਼ੂ ਕੀਤਾ, ਤਾਂ ਜਿਹੜਾ ਉਹ ਇਸ਼ੂ ਕਰਨ ਦੀ ਅਥਾਰਟੀ ਆ ਉਹ ਡੀਸੀ ਸਾਹਿਬ ਦੀ ਉਸ ਡਿਸਟ੍ਰਿਕਟ ਦੀ, ਪਰ ਉਹ ਗੌਰਮੈਂਟ ਆਫ ਪੰਜਾਬ ਦਾ ਹੀ ਲਾਇਸੈਂਸ ਆ, ਉਹਨੇ ਸਾਰੇ ਪੰਜਾਬ ਦੇ ਵਿੱਚ ਹੀ ਵੈਲਿਡ ਆ। ਸੋ ਮੈਂ ਜਿਹੜੇ ਮੇਰੇ ਵੀਰਾਂ ਨੂੰ ਇਸ ਚੀਜ਼ ਦੀ ਪ੍ਰੋਬਲਮ ਆ ਰਹੀ ਹੈ, ਤੁਸੀਂ ਪਲੀਜ਼ ਏਕੌਸ ਵੱਲੋਂ ਈਮੇਲ ਵੀ ਆਈ ਆ ਸਾਨੂੰ ਸਾਰਿਆਂ ਨੂੰ, ਉਹ ਸਾਰੇ ਨੋਰਮਸ ਦੀ ਸਾਰੀ ਡਿਟੇਲਡ ਉਹ ਇਨਫੋਰਮੇਸ਼ਨ ਆ, ਉਹ ਕਾਪੀ ਗੌਰਮੈਂਟ ਵੱਲੋਂ ਹੀ ਸਾਨੂੰ ਭੇਜੀ ਗਈ ਆ। ਉਹ ਗੌਰਮੈਂਟ ਦੀ ਉਹ ਪਰਟੀਕੂਲਰ ਉਹ ਕਾਪੀ ਕੱਢ ਕੇ ਰੱਖੋ। ਜੇ ਤੁਹਾਡੇ ਕੋਲੇ ਕੋਈ ਵੀ ਗੌਰਮੈਂਟ ਦਾ ਨੁਮਾਇੰਦਾ ਆਉਂਦਾ ਆ ਇਨਫੋਰਮੇਸ਼ਨ ਲਈ, ਤਾਂ ਉਹਨਾਂ ਨੂੰ ਪਲੀਜ਼ ਉਹ ਚੀਜ਼ ਚੈੱਕ ਕਰਵਾ ਸਕਦੇ ਹੋ ਤੁਸੀਂ। ਸੋ ਘਬਰਾਉਣ ਦੀ ਲੋੜ ਨਹੀਂ ਹੈ, ਆਪਾਂ ਨੂੰ ਕੋਆਪਰੇਟ ਕਰਨਾ ਚਾਹੀਦਾ ਹੈ ਗੌਰਮੈਂਟ ਨੂੰ। ਜੇ ਗੌਰਮੈਂਟ ਸਾਡੇ ਤੋਂ ਕੋਈ ਇਨਫੋਰਮੇਸ਼ਨ ਮੰਗ ਰਹੀ ਆ, ਤਾਂ ਜੋ ਆਪਣੇ ਸਿਸਟਮ ਦੇ ਵਿੱਚੋਂ, ਆਪਣੇ ਕਿੱਤੇ ਦੇ ਵਿੱਚੋਂ ਗਲਤ ਲੋਕਾਂ ਨੂੰ, ਗਲਤ ਗਾਈਡਲਾਈਨਸ ਦੇਣ ਵਾਲਿਆਂ ਨੂੰ ਤੇ ਗਲਤ ਧੰਦਾ ਕਰਨ ਵਾਲਿਆਂ ਨੂੰ ਕੱਢ ਦਿੱਤਾ ਜਾਵੇ, ਸਫਾਇਆ ਕਰ ਦਿੱਤਾ ਜਾਵੇ। ਤਾਂ ਥੋੜ੍ਹਾ ਬਹੁਤਾ ਜੇ ਸਾਨੂੰ ਵੀ ਉਹਦੇ ਲਈ ਹੈਕਟਿਕ ਸ਼ਡਿਊਲ ਵਿੱਚੋਂ ਜਾਂ ਸਾਨੂੰ ਵੀ ਥੋੜ੍ਹਾ ਬਹੁਤਾ ਇਨਕਨਵੀਨੀਐਂਟ ਹੋ ਜਾਂਦਾ ਆ ਕੁਝ ਨਾ ਕੁਝ, ਤਾਂ ਉਹਨੂੰ ਆਪਾਂ ਨੂੰ ਸਹਿਣਾ ਚਾਹੀਦਾ ਥੋੜ੍ਹੇ ਦਿਨਾਂ ਲਈ, ਘਬਰਾਉਣਾ ਨਹੀਂ ਚਾਹੀਦਾ। ਸੋ ਮੈਂ ਇੰਨਾ ਕਹਿੰਦਾ ਹੋਇਆ ਖਿਮਾ ਦਾ ਜਾਚਕਾਂ ਵੀਰੋ। ਐਂਡ ਮੈਂ ਇਨਫੋਰਮੇਸ਼ਨ ਲਾਸਟ 'ਤੇ ਇਹ ਦੇ ਦੇਣੀ ਚਾਹੁੰਦਾ ਕਿ ਮੈਂ ਕੱਲ੍ਹ ਬੈਠ ਰਿਹਾ ਜਗਰਾਓਂ ਆਫਿਸ ਦੇ ਵਿੱਚ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ ਨੂੰ 1 ਵਜੇ ਤੱਕ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇਣ ਲਈ। ਫਿਰ ਲਾਸਟ 'ਤੇ ਕਹਿਣਾ ਚਾਹੁੰਦਾ ਕਿ ਇੱਕ ਲਾਇਸੈਂਸ ਜਿਹੜੇ ਡਿਸਟ੍ਰਿਕਟ ਦੇ ਵਿੱਚ ਤੁਹਾਡੀ ਫਰਮ ਬਿਲੋਂਗ ਕਰਦੀ ਹੈ, ਐਂਡ ਜੇ ਤੁਸੀਂ ਉੱਥੋਂ ਲਾਇਸੈਂਸ ਲੈ ਚੁੱਕੇ ਹੋ, ਤਾਂ ਉਹ ਲਾਇਸੈਂਸ ਪੰਜਾਬ ਗੌਰਮੈਂਟ ਦਾ ਤੇ ਆਲ ਓਵਰ ਪੰਜਾਬ ਵਿੱਚ ਹੀ ਵੈਲਿਡ ਆ ਉਹ ਲਾਇਸੈਂਸ, ਕਿਉਂਕਿ ਇਹ ਗੌਰਮੈਂਟ ਨੇ ਕਿਹਾ ਆ ਕਿ ਇੱਕ ਫਰਮ ਨੂੰ ਇੱਕ ਹੀ ਲਾਇਸੈਂਸ ਮਿਲ ਸਕਦਾ, ਉਹਨੂੰ 15 ਲਾਇਸੈਂਸ ਨਹੀਂ ਮਿਲ ਸਕਦੇ। ਐਂਡ ਉਹ ਕਿਸੇ ਵੀ ਤਰੀਕੇ ਨਾਲ ਸਹੀ ਨਹੀਂ ਹੋਊਗਾ ਜੇ ਉਹਦੇ ਕੋਲ ਅਲੱਗ-ਅਲੱਗ ਲਾਇਸੈਂਸ ਹੋਣਗੇ। ਸੋ ਇੰਨਾ ਕਹਿੰਦਾ ਹੋਇਆ ਖਿਮਾ ਦਾ ਜਾਚਕਾਂ ਜੀ। ਆਸ ਕਰਦਾ ਹਾਂ ਕਿ ਤੁਹਾਨੂੰ ਸਾਰਿਆਂ ਨੂੰ ਇਹ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚ ਚੁੱਕੀ ਹੋਊਗੀ, ਤੇ ਤੁਸੀਂ ਅੱਗੇ ਵੀ ਇਸ ਇਨਫੋਰਮੇਸ਼ਨ ਨੂੰ ਸਪਰੈਡ ਕਰੋਗੇ, ਤਾਂ ਜੋ ਆਪਣੇ ਸਾਰੇ ਇਸ ਸੇਮ ਫੀਲਡ ਦੇ ਵਿੱਚ ਕੰਮ ਕਰਨ ਵਾਲੇ ਬੰਦਿਆਂ ਦੇ ਵਿੱਚ ਅਵੇਅਰਨੈਸ ਆ ਸਕੇ, ਐਂਡ ਅਸੀਂ ਪ੍ਰਸ਼ਾਸਨ ਨੂੰ ਵੀ ਚੰਗੇ ਤਰੀਕੇ ਨਾਲ ਸਮਝਾ ਸਕੀਏ ਜਦੋਂ ਸਾਡੇ ਕੋਲ ਕੋਈ ਇਨਫੋਰਮੇਸ਼ਨ ਲੈਣ ਆਉਣ। ਇੰਨਾ ਕਹਿੰਦਾ ਹੋਇਆ ਖਿਮਾ ਦਾ ਜਾਚਕਾਂ ਜੀ। ਧੰਨਵਾਦ।